ਜਾਗ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ, ਗੁਰੂ ਦੀ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ, ਆਪਣੇ ਮਨੁੱਖਾ ਜਨਮ ਦੀਆਂ ਘੜੀਆਂ ਨੂੰ ਸਫਲਾ ਕਰਦੇ ਹੋਏ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਹਨ। ਸਤ ਸੰਗਤ ਕੈਸੀ ਜਾਣੀਐ ਜਿੱਥੈ ਏਕੋ ਨਾਮ ਵਖਾਣੀਐ। ਜਿੱਥੇ ਇੱਕ ਪਰਮੇਸ਼ਰ ਦਾ ਨਾਮ ਦੀ ਵਿਚਾਰ ਹੁੰਦੀ ਹੈ, ਉਹ ਸਤ ਸੰਗ ਹੁੰਦੀ ਹੈ। ਸਤ ਸੰਗਤ ਦੇ ਵਿੱਚ ਹੀ ਆ ਕੇ ਇਹ ਜੀਵਨ ਸਫਲਾ ਹੁੰਦਾ ਹੈ। ਬੜਭਾਗੇ ਹਾਂ ਕਿ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਹਨ। ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 310 ਅੰਗ ਤੇ ਗੌੜੀ ਦੀ ਵਾਰ ਦੇ ਅੰਦਰ ਮਹੱਲਾ ਚੌਥਾ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਆਪਣੇ ਮੁਖਾਰ ਬਿੰਦ ਤੋਂ ਬਾਣੀ ਉਚਾਰਨ ਕਰਦੇ ਹਨ। ਬਾਣੀ ਦੁਆਰਾ ਸਮਝਾ ਰਹੇ ਹਨ। ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ, ਕਰ ਕਿਰਪਾ ਸਤਿਗੁਰ ਮੇਲਿਓ ਨ। ਜਿਸ ਨੂੰ ਵਾਹਿਗੁਰੂ ਨੇ ਕਿਰਪਾ ਮਿਹਰ ਦੀ ਨਾਦਰ ਕਰਕੇ ਸਤਿਗੁਰਾਂ ਨਾਲ ਮੇਲਿਓ ਮੇਲ ਦਿੱਤਾ ਹੈ। ਕਰ ਕਿਰਪਾ ਸਤਿਗੁਰ ਮੇਲਿਓ ਨ। ਜਿਸ ਜੀਵ ਨੂੰ ਵਾਹਿਗੁਰੂ ਨੇ ਕਿਰਪਾ ਕਰਕੇ ਮਿਹਰ ਦੀ ਨਦਰ, ਮਿਹਰ ਦੀ ਨਿਗਾਹ ਕਰਕੇ ਸਤਿਗੁਰਾਂ ਦੇ ਨਾਲ, ਪੂਰਨ ਗੁਰੂ ਦੇ ਨਾਲ ਮੇਲ ਦਿੱਤਾ ਹੈ ਕਿ ਪੂਰਨ ਸਤਿਗੁਰੂ ਦੇ ਨਾਲ ਮਿਲਣਾ ਵੀ ਵੱਡੇ ਭਾਗਾਂ ਦੇ ਨਾਲ ਹੁੰਦਾ ਹੈ। ਜੋ ਵੀ ਗੁਰਸਿੱਖ ਅੰਮ੍ਰਿਤ ਛਕਦਾ ਹੈ, ਗੁਰੂ ਦੀ ਦਾਤ ਲੈਂਦਾ ਹੈ, ਗੁਰੂ ਵਾਲਾ ਬਣਦਾ ਹੈ ਤੇ ਗੁਰੂ ਦੇ ਨਾਲ ਮਿਲਦਾ ਹੈ, ਉਹ ਪਰਮੇਸ਼ਰ ਦੀ ਕਿਰਪਾ ਦੁਆਰਾ ਹੀ ਹੁੰਦਾ ਹੈ। ਮੁਖ ਗੁਰਮੁਖ ਨਾਮ ਧਿਆਏ ਸੀ ਉਹ ਗੁਰਮੁਖ, ਜਿਸ ਤੇ ਵਾਹਿਗੁਰੂ ਨੇ ਕਿਰਪਾ ਕਰਕੇ ਪੂਰੇ ਗੁਰੂ ਦੇ ਨਾਲ ਮਿਲਾਉਣਾ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਮਿਲਾਉਣਾ ਕੀਤਾ ਹੈ। ਉਹ ਗੁਰਮੁਖ ਜਨ ਮੂੰਹ ਨਾਲ ਪਰਮੇਸ਼ਰ ਦੇ ਨਾਮ ਨੂੰ ਧਿਆਏ ਸੀ, ਧਿਆਉਂਦਾ ਹੈ। ਕਿਉਂਕਿ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੋੜਦੇ ਹਨ। ਜਦੋਂ ਇਹ ਜੀਵ ਅੰਮ੍ਰਿਤ ਛਕਦਾ ਹੈ, ਗੁਰੂ ਵਾਲਾ ਬਣਦਾ ਹੈ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾਇਆ ਹੈ। ਸਭ ਨੂੰ ਕਿਹਾ ਹੈ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਮੰਨਣਾ ਹੈ। ਪ੍ਰਗਟ ਗੁਰਾਂ ਕੀ ਦੇ ਇਹ ਪ੍ਰਗਟ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਪੂਰਨ ਪ੍ਰਗਟ ਗੁਰਾਂ ਦੀ ਦੇਹ ਹੈ। ਇਸ ਦੇਹ ਦੇ ਨਾਲ ਹੀ ਗੱਲਾਂ ਕਰਨੀਆਂ ਹਨ। ਹੋਰ ਕਿਸੇ ਨੂੰ ਗੁਰੂ ਨਹੀਂ ਧਾਰਨਾ। ਗੁਰਸਿੱਖ ਨੇ ਨਿਗੁਰਾ ਕੁਝ ਵੀ ਕਰੀ ਜਾਵੇ, ਪਰ ਜਿਸ ਨੇ ਅੰਮ੍ਰਿਤ ਛਕ ਲਿਆ ਹੈ, ਗੁਰੂ ਵਾਲਾ ਬਣ ਗਿਆ ਹੈ, ਉਸ ਨੇ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹੀ ਗੁਰੂ ਮੰਨਣਾ ਹੈ, ਗੁਰੂ ਦੀ ਆਗਿਆ ਦੇ ਵਿੱਚ ਚੱਲਣਾ ਹੈ ਤੇ ਗੁਰੂ ਤੋਂ ਹੀ ਸਿੱਖਿਆ ਲੈਣੀ ਹੈ। ਗੁਰਬਾਣੀ ਦੇ ਅੰਦਰ ਇਸ ਜੀਵਨ ਨੂੰ ਜਿਉਣ ਦੀ ਜਾਂਚ ਦੱਸੀ ਹੋਈ ਹੈ। ਜਿੰਨੇ ਵੀ ਕਾਰ ਵਿਹਾਰ ਹੁੰਦੇ ਹਨ, ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੱਸਦੇ ਹਨ। ਇੱਥੇ ਹੀ ਅਰਦਾਸਾਂ ਬੇਨਤੀਆਂ ਕਰਨੀਆਂ ਚਾਹੀਦੀਆਂ ਹਨ ਗੁਰਸਿੱਖ ਨੂੰ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਕਰ ਕਿਰਪਾ ਸਤਿਗੁਰ ਮੇਲਿਓ ਨ। ਮੁਖ ਗੁਰਮੁਖ ਨਾਮ ਧਿਆਏ ਸੀ,
ਕਿ ਉਹ ਸੰਸਾਰ ਵਿੱਚ ਮੁਖੀ ਹੈ ਜੋ ਗੁਰਾਂ ਦੁਆਰਾ ਨਾਮ ਨੂੰ ਧਿਆਉਂਦਾ ਹੈ। ਜੋ ਅੱਗੇ ਨੂੰ ਮੁਖੀ ਗੁਰਾਂ ਦੁਆਰਾ ਨਾਮ ਨੂੰ ਧਿਆਵੇਗਾ ਉਹ ਸਾਰਿਆਂ 'ਚੋਂ ਮੁਖੀ ਰੂਪ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਹੋ ਜਾਂਦਾ ਹੈ। ਉਸ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਹੜਾ ਗੁਰਾਂ ਦੁਆਰਾ ਨਾਮ ਨੂੰ ਧਿਆਵੇਗਾ ਤੇ ਗੁਰਮੁਖ ਮੁਖੀ ਗੁਰਾਂ ਦੁਆਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਮੁਤਾਬਕ ਪਰਮੇਸ਼ਰ ਨੂੰ ਧਿਆਏਗਾ ਉਹ ਪਰਮੇਸ਼ਰ ਨੂੰ ਪ੍ਰਾਪਤੀ ਵਾਲਾ ਹੋ ਜਾਏਗਾ। ਉਸ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਸੋ ਕਰੇ ਜੇ ਸਤਿਗੁਰ ਭਾਵ ਸੀ, ਉਹ ਗੁਰਮੁਖ ਉਹੀ ਕੰਮ ਕਰਦਾ ਹੈ ਜਿਹੜਾ ਸਤਿਗੁਰਾਂ ਨੂੰ ਪੂਰੇ ਗੁਰੂ ਨੂੰ ਭਾਉਂਦਾ ਹੈ। ਭਾਵ ਭਾਣਾ ਮੰਨਣਾ, ਸਿਮਰਨ ਕਰਨਾ, ਪਰੋਪਕਾਰ ਕਰਨਾ ਆਦਿਕ ਕਰਤੱਵ ਕਰਦਾ ਹੈ ਉਹ ਗੁਰਸਿੱਖ ਜਿਹੜਾ ਗੁਰੂ ਵਾਲਾ ਬਣ ਕੇ ਗੁਰੂ ਦੀ ਆਗਿਆ ਦੇ ਵਿੱਚ ਚੱਲਦਾ ਹੈ ਤੇ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਵੀ ਹੋ ਜਾਂਦਾ ਹੈ। ਸੋ ਕਰੇ ਜੇ ਸਤਿਗੁਰ ਭਾਵ ਸੀ, ਗੁਰ ਪੂਰਾ ਘਰੀ ਵਸਾਏ ਸੀ। ਉਹ ਗੁਰਮੁਖ ਜਨ ਉਹੀ ਕੰਮ ਕਰਦਾ ਹੈ ਜਿਹੜਾ ਸਤਿਗੁਰਾਂ ਨੂੰ ਭਾਵ ਸੀ ਭਾਉਂਦਾ ਹੈ। ਭਾਵ ਸਤਿਗੁਰਾਂ ਨੂੰ ਭਾਣਾ ਮੰਨਣਾ, ਉਸ ਗੁਰਮੁਖ ਨੂੰ ਭਾਣਾ ਮੰਨਣਾ ਚਾਹੀਦਾ ਹੈ, ਸਿਮਰਨ ਕਰਨਾ ਚਾਹੀਦਾ ਹੈ, ਪਰੋਪਕਾਰ ਕਰਨਾ ਚਾਹੀਦਾ ਹੈ ਤੇ ਆਦਿ ਕਰਤੱਵ ਕਰਨੇ ਹਨ। ਉਸ ਨੂੰ ਪੂਰਨ ਸਤਿਗੁਰੂ ਹੀ ਹੁਣ ਸਰੂਪ ਰੂਪੀ ਘਰ ਵਿੱਚ ਵਸਾਏ ਸੀ ਵਸਾ ਦਿੰਦੇ ਹਨ। ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਹੈ ਕਿ ਉਸ ਨੂੰ ਪੂਰਨ ਸਤਿਗੁਰੂ ਗੁਰੂ ਪੂਰੇ ਗੁਰੂ ਹੀ ਸਰੂਪ ਰੂਪੀ ਘਰ ਵਿੱਚ ਵਸਾ ਦਿੰਦੇ ਹਨ ਅਤੇ ਅੱਗੇ ਨੂੰ ਤੁਰਿਆ ਪਦ ਰੂਪੀ ਘਰ ਵਿੱਚ ਵਸਾਉਣਾ ਕਰਦੇ ਹਨ। ਤੁਰਿਆ ਪਦ ਰੂਪੀ ਘਰ ਹੈ ਜਿਹੜਾ ਬ੍ਰਹਮ ਗਿਆਨ ਹੈ ਉਸ ਦੀ ਪ੍ਰਾਪਤੀ ਕਰਾ ਦਿੰਦੇ ਹਨ। ਜਿਨ ਅੰਦਰ ਨਾਮ ਨਿਧਾਨ ਹੈ ਤਿਨ ਕਾ ਭਉ ਸਭ ਗਵਾਏ ਸੀ। ਜਿਨ੍ਹਾਂ ਦੇ ਅੰਦਰ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਖਜ਼ਾਨਾ ਨਾਮ ਹੈ, ਜਿਨ ਅੰਦਰ ਨਾਮ ਨਿਧਾਨ ਹੈ, ਜਿਨ੍ਹਾਂ ਦੇ ਅੰਦਰ ਹਿਰਦੇ ਵਿੱਚ ਵਾਹਿਗੁਰੂ ਨਾਮ ਦਾ ਖਜ਼ਾਨਾ ਹੈ, ਤਿਨ ਕਾ ਭਉ ਸਭ ਗਵਾਏ ਸੀ। ਉਹਨਾਂ ਦਾ ਸਾਰਾ ਭਉ, ਸਾਰਾ ਡਰ ਗੁਰੂ ਗਵਾ ਦਿੰਦਾ ਹੈ। ਜਿਨ ਅੰਦਰ ਨਾਮ ਨਿਧਾਨ ਹੈ ਤਿਨ ਕਾ ਭਉ ਸਭ ਗਵਾਏ ਸੀ। ਜਿਨ੍ਹਾਂ ਦੇ ਅੰਦਰ ਹਿਰਦੇ ਵਿੱਚ ਵਾਹਿਗੁਰੂ ਨਾਮ ਦਾ ਖਜ਼ਾਨਾ ਹੈ ਉਹਨਾਂ ਦਾ ਸਾਰਾ ਡਰ ਗਵਾਏ ਸੀ, ਗਵਾ ਦਿੱਤਾ ਹੈ ਗੁਰੂ ਨੇ। ਜੈਸਾ ਕਿ ਜਹ ਭੈ ਪਰਲੋਕ ਭੈ ਜਨਮ ਵੇਦਨਾ ਜਾਤ ਅਨ ਰੱਖਿਆ ਅਰ ਗੁਰਤ ਭੈ ਅਕਸ ਮਾਤਰ ਭੈ ਸਾਤ। ਕਿ ਉਹ ਲੋਕ ਪਰਲੋਕ ਦੇ ਵਿੱਚ ਵੀ ਉਸ ਦਾ ਡਰ ਚੱਕਿਆ ਜਾਂਦਾ ਹੈ। ਜਨ ਰੱਖਣ ਕੋ ਹਰ ਆਪ ਹੋਏ, ਜਿਨ੍ਹਾਂ ਦੀ ਆਪ ਹਰੀ ਵਾਹਿਗੁਰੂ ਰੱਖਿਆ ਕਰਨ ਨੂੰ ਇਸਤਤ ਹੁੰਦਾ ਹੈ। ਜਿਨ ਰੱਖਣ ਕੋ ਹਰ ਆਪ ਹੋਏ, ਜਿਨ੍ਹਾਂ ਦੀ ਆਪ ਹਰੀ ਵਾਹਿਗੁਰੂ ਰੱਖਿਆ ਕਰਨ ਨੂੰ ਇਸਤਤ ਹੁੰਦਾ ਹੈ। ਹੋਰ ਕੇਤੀ ਝੱਕ ਝੱਕ ਜਾਏ ਸੀ, ਭਾਵੇਂ ਹੋਰ ਕੇਤੀ ਕਿਤਨੀ ਸ੍ਰਿਸ਼ਟੀ ਝੱਕ ਝੱਕ ਝੱਖਾਂ ਮਾਰ ਮਾਰ ਕੇ ਭਾਵ ਬੇਅਰਥ ਬੋਲ ਬੋਲ ਕੇ ਤੁਰੀ ਜਾਂਦੀ ਹੈ, ਪਰ ਉਹਨਾਂ ਦਾ ਕੋਈ ਰੋਮ ਵੀ ਵਿੰਗਾ ਨਹੀਂ ਕਰ ਸਕਦਾ। ਜਿਨ੍ਹਾਂ ਦੀ ਹਰੀ ਵਾਹਿਗੁਰੂ ਆਪ ਰੱਖਿਆ ਕਰਨ ਨੂੰ ਇਸਤਤ ਹੁੰਦਾ ਹੈ। ਹੋਰ ਕਿਤਨੀ ਸ੍ਰਿਸ਼ਟੀ, ਹੋਰ ਕੇਤੀ ਝੱਕ ਝੱਕ ਜਾਏ ਸੀ, ਹੋਰ ਕਿਤਨੀ ਸ੍ਰਿਸ਼ਟੀ ਇਹ ਦੁਨੀਆ ਕਿੰਨਾ ਵੀ ਉਸ ਨੂੰ ਝੱਖਾਂ ਮਾਰੀ ਜਾਵੇ, ਖਿੰਝਾਈ ਜਾਵੇ, ਕੁਛ ਵੀ ਕਹੀ ਜਾਵੇ, ਬੇਅਰਥ ਬੋਲੀ ਜਾਵੇ, ਤਾਂ ਉਹਨਾਂ ਗੁਰਮੁਖ ਪਿਆਰਾਂ ਦਾ ਰੋਮ ਵੀ ਵਿੰਗਾ ਨਹੀਂ ਕਰ ਸਕਦਾ ਕੋਈ। ਵਿੱਚ ਕਰਤਾ ਪੁਰਖ ਖਲੋਆ ਬਾਲ ਨਾ ਵਿੰਗਾ ਹੋਆ। ਜਿਨ੍ਹਾਂ ਦੇ ਅੰਦਰ ਕਰਤਾ ਪੁਰਖ ਆਪ ਵਸ ਰਿਹਾ ਹੈ ਉਹਨਾਂ ਦਾ ਫਿਰ ਬਾਲ ਵੀ ਵਿੰਗਾ ਨਹੀਂ ਹੁੰਦਾ। ਜਨ ਨਾਨਕ ਨਾਮ ਧਿਆਏ ਤੂੰ ਹਰ ਹਾਲਤ ਪਲਤ ਛੁਡਾਏ ਸੀ। ਸਤਿਗੁਰੂ
ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਪਿਆਰੇ ਜਨ, ਤੂੰ ਤਾਂ ਵਾਹਿਗੁਰੂ ਨਾਮ ਨੂੰ ਧਿਆਉਣਾ ਕਰ। ਹਰ ਹਲਤ ਪਲਤ ਛੁਡਾਏ ਸੀ, ਹਰੀ ਵਾਹਿਗੁਰੂ ਦਾ ਨਾਮ ਹੀ ਹਲਤ ਪਲਤ ਲੋਕ ਪਰਲੋਕ ਦੇ ਦੁੱਖਾਂ ਤੋਂ ਛੁਡਾ ਲਏਗਾ। ਜਨ ਨਾਨਕ ਨਾਮ ਧਿਆਏ ਤੂੰ, ਹਰ ਹਲਤ ਪਲਤ ਛੁਡਾਏ ਸੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਇਹ ਪਿਆਰਿਆ, ਤੂੰ ਵਾਹਿਗੁਰੂ ਨਾਮ ਨੂੰ ਧਿਆਉਣਾ ਕਰ। ਹਰੀ ਵਾਹਿਗੁਰੂ ਦਾ ਨਾਮ ਹੀ ਲੋਕ ਪਰਲੋਕ ਦੇ ਦੁੱਖਾਂ ਤੋਂ ਛੁਡਾਏ ਸੀ, ਛੁਡਾ ਲਵੇਗਾ। ਮਹੱਲਾ ਚੌਥਾ। ਗੁਰ ਸਿੱਖਾਂ ਕੈ ਮਨ ਭਾਵਦੀ, ਗੁਰ ਸਤਿਗੁਰ ਕੀ ਵਡਿਆਈ। ਹਰ ਰਾਖੋ ਪੈਜ ਸਤਿਗੁਰੂ ਕੀ, ਨਿਤ ਚੜ੍ਹੈ ਸਵਾਈ। ਗੁਰ ਸਤਿਗੁਰ ਕੈ ਮਨ ਭਾਰ ਬ੍ਰਹਮ ਹੈ, ਭਾਰ ਬ੍ਰਹਮ ਛਡਾਈ। ਗੁਰ ਸਤਿਗੁਰ ਤਾਣ ਦੀਵਾਨ ਹਰ, ਤਿਨ ਸਭ ਆਣ ਨਿਵਾਈ। ਜਿਨੀ ਡਿਠਾ ਮੇਰਾ ਸਤਿਗੁਰੂ ਭਾਉ ਕਰ, ਤਿਨ ਕੇ ਸਭ ਪਾਪ ਗਵਾਈ। ਹਰ ਦਰ ਗਏ ਤੇ ਮੁਖ ਉਜਲੇ, ਬਹੁ ਸੋਭਾ ਪਾਈ। ਜਨ ਨਾਨਕ ਮੰਗੈ ਧੂੜ ਤਿਨ, ਜੋ ਗੁਰ ਕੇ ਸਿੱਖ ਮੇਰੇ ਭਾਈ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ, ਗੁਰ ਸਿੱਖਾਂ ਕੈ ਮਨ ਭਾਮਦੀ, ਕਿ ਪੂਜਨੀਕ ਸਤਿਗੁਰਾਂ ਦੀ ਵਡਿਆਈ ਮਹਿਮਾ ਗੁਰ ਸਿੱਖਾਂ, ਗੁਰੂ ਦੇ ਸਿੱਖਾਂ ਦੇ ਤਾਈਂ, ਗੁਰੂ ਦੇ ਸਿੱਖਾਂ ਦੇ ਹਿਰਦੇ ਨੂੰ ਭਾਉਂਦੀ ਹੈ, ਚੰਗੀ ਲੱਗਦੀ ਹੈ। ਗੁਰ ਸਿੱਖਾਂ ਕੈ ਮਨ ਭਾਮਦੀ, ਗੁਰ ਸਤਿਗੁਰ ਕੀ ਵਡਿਆਈ। ਗੁਰ ਪੂਜਨੀਕ ਸਤਿਗੁਰਾਂ ਦੀ ਵਡਿਆਈ ਮਹਿਮਾ ਗੁਰ ਸਿੱਖਾਂ, ਗੁਰੂ ਦੇ ਸਿੱਖਾਂ ਦੇ ਤਾਈਂ, ਗੁਰੂ ਦੇ ਸਿੱਖਾਂ ਦੇ ਮਨ ਨੂੰ, ਹਿਰਦੇ ਨੂੰ ਭਾਉਂਦੀ ਹੈ, ਚੰਗੀ ਲੱਗਦੀ ਹੈ। ਪੂਰੇ ਸਤਿਗੁਰ ਦੀ ਵਡਿਆਈ। ਗੁਰੂ ਜੋ ਚੇਤਨ ਸਰੂਪ ਵਾਹਿਗੁਰੂ ਹੈ, ਉਹਨਾਂ ਦੀ ਵਡਿਆਈ, ਉਹਨਾਂ ਦੀ ਸੋਭਾ ਉਹਨਾਂ ਦੇ ਮਨ ਨੂੰ ਚੰਗੀ ਲੱਗਦੀ ਹੈ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਧਾਰਨ ਕੀਤੀ ਹੈ। ਹਰ ਰਾਖੋ ਪੈਜ ਸਤਿਗੁਰੂ ਕੀ, ਨਿਤ ਚੜ੍ਹੈ ਸਵਾਈ। ਜੋ ਹਰੀ ਵਾਹਿਗੁਰੂ ਆਪ ਸਤਿਗੁਰਾਂ ਦੀ ਪੈਜ ਪ੍ਰਤੱਗਿਆ ਰੱਖਦੇ ਹੋਂ, ਭਾਵ ਜੋ ਸਤਿਗੁਰੂ ਜੀ ਨਿਯਮ ਕਰ ਲੈਣ, ਉਹਨਾਂ ਨੂੰ ਤੁਸੀਂ ਆਪ ਪੂਰਾ ਨਿਭਾਉਂਦੇ ਹੋ। ਇਸੇ ਕਰਕੇ ਸਤਿਗੁਰਾਂ ਦੀ ਮਹਿਮਾ ਸਵਾਈ ਬਹੁਤ ਹੀ ਭਾਵ ਦੂਣੀ ਚੌਗਣੀ ਸੰਸਾਰ ਵਿੱਚ ਪ੍ਰਗਟ ਹੋ ਕੇ ਚੜ੍ਹ ਭਾਵ ਵੱਧ ਰਹੀ ਹੈ। ਗੁਰ ਸਿੱਖਾਂ ਕੈ ਮਨ ਭਾਮਦੀ, ਗੁਰ ਸਤਿਗੁਰ ਕੀ ਵਡਿਆਈ। ਕਿ ਗੁਰ ਸਤਿਗੁਰ ਕੀ ਵਡਿਆਈ, ਗੁਰ ਪੂਜਨੀਕ ਸਤਿਗੁਰਾਂ ਦੀ ਵਡਿਆਈ ਮਹਿਮਾ ਗੁਰ ਸਿੱਖਾਂ ਦੇ ਹਿਰਦੇ ਨੂੰ ਭਾਉਂਦੀ ਹੈ, ਚੰਗੀ ਲੱਗਦੀ ਹੈ। ਗੁਰੂ ਜੋ ਚੇਤਨ ਸਰੂਪ ਸਤਿਗੁਰੂ ਹੈ, ਉਹਨਾਂ ਦੀ ਵਡਿਆਈ ਸੋਭਾ ਉਹਨਾਂ ਦੇ ਮਨ ਨੂੰ ਚੰਗੀ ਲੱਗਦੀ ਹੈ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਧਾਰਨ ਕੀਤੀ ਹੈ। ਹਰ ਰਾਖੋ ਪੈਜ ਸਤਿਗੁਰੂ ਕੀ, ਨਿਤ ਚੜ੍ਹੈ ਸਵਾਈ। ਹੇ ਹਰੀ ਵਾਹਿਗੁਰੂ ਆਪ ਸਤਿਗੁਰਾਂ ਦੀ ਪੈਜ ਪ੍ਰਤੱਗਿਆ ਰੱਖਦੇ ਹੋ, ਭਾਵ ਜੋ ਸਤਿਗੁਰੂ ਜੀ ਨਿਯਮ ਕਰ ਲੈਣ, ਉਹਨਾਂ ਨੂੰ ਤੁਸੀਂ ਆਪ ਪੂਰਾ ਨਿਭਾਉਂਦੇ ਹੋ। ਇਸੇ ਕਰਕੇ ਸਤਿਗੁਰਾਂ ਦੀ ਮਹਿਮਾ ਬਹੁਤ ਦੂਣੀ ਚੌਣੀ ਸੰਸਾਰ ਵਿੱਚ ਪ੍ਰਗਟ ਹੋ ਕੇ ਚੜ੍ਹ ਭਾਵ ਵੱਧ ਰਹੀ ਹੈ। ਗੁਰ ਸਤਿਗੁਰ ਕੈ ਮਨ ਭਾਰ ਬ੍ਰਹਮ ਹੈ, ਭਾਰ ਬ੍ਰਹਮ ਛਡਾਈ। ਗੁਰ ਸਤਿਗੁਰ ਕੈ ਮਨ ਭਾਰ ਬ੍ਰਹਮ ਹੈ, ਭਾਰ ਬ੍ਰਹਮ ਛਡਾਈ। ਪੂਜਨੀਕ ਸਤਿਗੁਰੂ ਜੀ ਦੇ ਮਨ ਅੰਤਸ ਕਰਨ ਵਿੱਚ ਭਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਵਿਆਪਕ ਪਰਮੇਸ਼ਰ ਸਾਖਿਆਤਕਾਰ ਹੈ। ਇਸੇ ਕਰਕੇ ਜਗਿਆਸੂਆਂ ਜਨਾਂ ਨੂੰ ਪਰਮੇਸ਼ਰ ਗੁਰਾਂ ਦੇ ਚਰਨਾਂ 'ਚ ਪਾ ਕੇ ਦੁੱਖਾਂ ਤੇ ਜਮਾਂ ਤੋਂ ਛੁਡਾ ਰਿਹਾ ਹੈ। ਮਹਾਰਾਜ ਜੀ ਸਮਝਾ ਰਹੇ ਹਨ, ਭਾਰ ਬ੍ਰਹਮ ਛਡਾਈ, ਕਿ
ਪਾਰ ਬ੍ਰਹਮ ਪਰਮੇਸ਼ਰ ਗੁਰਾਂ ਦੇ ਚਰਨੀ ਗੁਰਸਿੱਖਾਂ ਨੂੰ ਜਗਿਆਸੂਆਂ ਨੂੰ ਪਾ ਕੇ ਦੁੱਖਾਂ ਤੇ ਜਮਾਂ ਤੋਂ ਛੁਡਾ ਰਿਹਾ ਹੈ। ਗੁਰ ਸਤਿਗੁਰ ਤਾਣ ਦੀਵਾਨ ਹਰ ਤੈਨ ਸਭ ਆਣ ਨਿਵਾਈ। ਹਰੀ ਵਾਹਿਗੁਰੂ ਦਾ ਰੂਪ ਪੂਜਨੀਕ ਸਤਿਗੁਰੂ ਸਾਰੇ ਸੰਸਾਰ ਦਾ ਬਲ ਤੇ ਦੀਵਾਨ ਆਸਰਾ ਹਨ। ਗੁਰ ਸਤਿਗੁਰ ਤਾਣ ਦੀਵਾਨ ਹਰ ਹਰੀ ਵਾਹਿਗੁਰੂ ਦਾ ਰੂਪ ਪੂਜਨੀਕ ਸਤਿਗੁਰੂ ਸਾਰੇ ਸੰਸਾਰ ਦਾ ਤਾਣ ਬਲ ਤੇ ਦੀਵਾਨ ਆਸਰਾ ਹੈ। ਤੈਨ ਸਭ ਆਣ ਨਿਵਾਈ। ਉਹਨਾਂ ਸਤਿਗੁਰਾਂ ਦੇ ਚਰਨੀ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਲਿਆ ਕੇ ਨਿਵਾਈ ਝੁਕਾ ਦਿੱਤੀ ਹੈ। ਜਿਨਨੇ ਡਿਠਾ ਮੇਰਾ ਸਤਿਗੁਰੂ ਭਾਉ ਕਰ ਤਿਨਕੇ ਸਭ ਪਾਪ ਗਵਾਈ। ਜਿਨ੍ਹਾਂ ਨੇ ਭਾਉ ਪ੍ਰੇਮ ਕਰਕੇ ਮੇਰਾ ਸਤਿਗੁਰੂ ਡਿਠਾ ਹੈ ਵੇਖਿਆ ਹੈ, ਸਰਦਾ ਭਾਵਨਾ ਨਾਲ ਬੈਰਾਗ ਵਿਵੇਕ ਰੂਪੀ ਨੇਤਰਾਂ ਨਾਲ ਵੇਖਿਆ ਹੈ, ਤਿਨਕੇ ਸਭ ਪਾਪ ਗਵਾਈ। ਉਹਨਾਂ ਦੇ ਗੁਰਾਂ ਨੇ ਸਾਰੇ ਜਨਮਾਂ ਜਨਮਾਂਤਰਾਂ ਦੇ ਪਾਪ ਗੁਨਾਹ ਗਵਾ ਦਿੱਤੇ ਹਨ। ਹਰ ਦਰ ਗਏ ਤੇ ਮੁਖ ਉਜਲੇ ਬਹੁ ਸੋਭਾ ਪਾਈ। ਉਹ ਹਰੀ ਵਾਹਿਗੁਰੂ ਦੀ ਦਰਗਾਹ ਵਿੱਚ ਕਚਹਿਰੀ ਵਿੱਚ ਪਵਿੱਤਰ ਮੁਖੜੇ ਵਾਲੇ ਹਨ, ਜਿਨ੍ਹਾਂ ਨੇ ਪ੍ਰੇਮ ਕਰਕੇ ਮੇਰੇ ਸਤਿਗੁਰੂ ਦੇ ਦਰਸ਼ਨ ਕੀਤੇ ਹਨ। ਉਹ ਹਰੀ ਵਾਹਿਗੁਰੂ ਦੀ ਦਰਗਾਹ ਵਿੱਚ ਕਚਹਿਰੀ ਵਿੱਚ ਪਵਿੱਤਰ ਮੁਖੜੇ ਵਾਲੇ ਹਨ ਅਤੇ ਬਹੁ ਸੋਭਾ ਪਾਈ। ਲੋਕ ਪਰਲੋਕ ਵਿੱਚ ਬਹੁਤੀ ਸੋਭਾ ਵਡਿਆਈ ਪਾਉਂਦੇ ਹਨ। ਜਿਨ੍ਹਾਂ ਨੇ ਪ੍ਰੇਮ ਕਰਕੇ ਸਤਿਗੁਰੂ ਦੇ ਦਰਸ਼ਨ ਕੀਤੇ ਹਨ, ਸਰਦਾ ਭਾਵਨਾ ਨਾਲ ਵਿਵੇਕ ਬੈਰਾਗ ਰੂਪੀ ਨੇਤਰਾਂ ਨਾਲ ਦਰਸ਼ਨ ਕੀਤੇ ਹਨ, ਉਹ ਹਰੀ ਵਾਹਿਗੁਰੂ ਦੀ ਦਰਗਾਹ ਵਿੱਚ ਪਵਿੱਤਰ ਮੁਖੜੇ ਵਾਲੇ ਹਨ ਤੇ ਲੋਕ ਪਰਲੋਕ ਵਿੱਚ ਬਹੁਤੀ ਵਡਿਆਈ ਪਾਉਂਦੇ ਹਨ। ਜਨ ਨਾਨਕ ਮੰਗੈ ਧੂੜ ਤਿਨ ਜੋ ਗੁਰ ਕੇ ਸਿੱਖ ਮੇਰੇ ਭਾਈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਅਸੀਂ ਦਾਸ ਤਾਂ ਉਹਨਾਂ ਦੀ ਚਰਨ ਧੂੜੀ ਮੰਗਦੇ ਹਾਂ ਜੋ ਗੁਰ ਕੇ ਸਿੱਖ ਮੇਰੇ ਭਾਈ, ਜੋ ਜਿਹੜੇ ਗੁਰ ਪੂਜਨੀਕ ਸਤਿਗੁਰਾਂ ਦੇ ਸਿੱਖ ਮੇਰੇ ਭਰਾ ਹਨ। ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਅਸੀਂ ਦਾਸ ਅਸੀਂ ਸੇਵਕ ਤਾਂ ਉਹਨਾਂ ਗੁਰਸਿੱਖਾਂ ਦੀ ਚਰਨ ਧੂੜ ਮੰਗਦੇ ਹਾਂ। ਪੌੜੀ ਹਉ ਆਖ ਸਲਾਹੀ ਸਿਫਤ ਸੱਚ, ਸੱਚ ਸੱਚੇ ਕੀ ਵਡਿਆਈ। ਸਲਾਹੀ ਸੱਚ ਸਲਾਹਾ ਸੱਚ, ਸੱਚ ਕੀਮਤ ਕਿਨੈ ਨਾ ਪਾਈ। ਸੱਚ ਸੱਚਾ ਰਸ ਜਿਨੀ ਚਖਿਆ, ਸੇ ਤ੍ਰਿਪਤ ਰਹੇ ਆਗਾਈ। ਇਹੋ ਹਰ ਰਸਈ ਜਾਣਦੇ, ਜਿਉ ਗੂੰਗੈ ਮਠਿਆਈ ਖਾਈ। ਗੁਰ ਪੂਰੈ ਹਰ ਪ੍ਰਭ ਸੇਵਿਆ, ਮਨ ਵੱਜੀ ਵਾਧਾਈ। ਪੌੜੀ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ, ਹਉ ਆਖ ਸਲਾਹੀ ਸਿਫਤ ਸੱਚ। ਮਹਾਰਾਜ ਜੀ ਕਹਿਣ ਲੱਗੇ ਅਸੀਂ ਮੁੱਖ ਦੁਆਰਾ ਬੋਲ ਕੇ ਕਥਨ ਕਰਦੇ ਹਾਂ, ਜੋ ਅਖਿਆਣਾ ਦੁਆਰਾ ਸਲਾਹੁਣੇ ਯੋਗ ਸੱਚੇ ਪਰਮੇਸ਼ਰ ਦੀ ਵਡਿਆਈ ਹੈ, ਉਸ ਸੱਚੇ ਦੀ ਸਿਫਤ ਮਹਿਮਾ ਨੂੰ ਅਸੀਂ ਆਖ ਕੇ ਮੁੱਖ ਦੁਆਰਾ ਸਲਾਹੁੰਦੇ ਹਾਂ। ਕਿਉਂਕਿ ਸੱਚ ਸੱਚੇ ਕੀ ਵਡਿਆਈ, ਕਿਉਂਕਿ ਉਸ ਪਰਮੇਸ਼ਰ ਦੀ ਵਡਿਆਈ ਮਹਿਮਾ ਸੱਚ ਨਿਸ਼ਚੇ ਕਰਕੇ ਸੱਚੀ ਹੈ। 311 ਅੰਗ ਤੇ ਮਹਾਰਾਜ ਜੀ ਕਥਨ ਕਰਦੇ ਹਨ, ਸਲਾਹੀ ਸੱਚ ਸਲਾਹ ਸੱਚ। ਜੋ ਸਲਾਹੀ ਸਲਾਹੁਣੇ ਯੋਗ ਵਾਹਿਗੁਰੂ ਸੱਚਾ ਹੈ, ਉਸ ਸੱਚੇ ਨੂੰ ਭਗਤ ਜਨ ਸਲਾਹ ਸੱਚ ਸਲਾਹ ਸਲਾਹੁੰਦੇ ਹਨ। ਸੱਚਾ ਵਾਹਿਗੁਰੂ ਸਲਾਹੀ ਸਲਾਹੁਣੇ ਯੋਗ ਹੈ ਅਤੇ ਉਸ ਦੀ ਸਲਾਹ ਸਿਫਤ ਵੀ ਸੱਚੀ ਹੈ। ਪਰ ਸੱਚ ਕੀਮਤ ਕਿਨੈ ਨਾ ਪਾਈ। ਪਰ ਉਸ ਸੱਚੇ ਦੀ ਕਿਨੇ ਕਿਸੇ ਨੇ ਵੀ ਕੀਮਤ ਨਹੀਂ ਪਾਈ। ਜਿਵੇਂ ਮੱਛੀ
ਸਮੁੰਦਰ ਵਿੱਚ ਰਹਿੰਦੀ ਪਾਣੀ ਦਾ ਅੰਤ ਨਹੀਂ ਪਾ ਸਕਦੀ, ਪਰ ਪਾਣੀ ਉਸ ਦਾ ਜੀਵਨ ਹੁੰਦਾ ਹੈ, ਪਾਣੀ ਤੋਂ ਬਿਨਾਂ ਜਿਉਂਦੀ ਨਹੀਂ ਰਹਿ ਸਕਦੀ। ਇਸੇ ਪ੍ਰਕਾਰ ਸੰਤਾਂ ਭਗਤਾਂ ਦਾ ਜੀਵਨ ਪਰਮੇਸ਼ਰ ਦਾ ਨਾਮ ਹੈ, ਪਰ ਨਾਮ ਦੀ ਕੀਮਤ ਕਿਸੇ ਨੇ ਨਹੀਂ ਪਾਈ। ਸੱਚ ਸੱਚਾ ਰਸ ਜਿਨੀ ਚਖਿਆ, ਜਿਨ੍ਹਾਂ ਨੇ ਨਿਸ਼ਚੇ ਕਰਕੇ ਸੱਚੇ ਨਾਮ ਨੂੰ, ਸੱਚੇ ਨਾਮ ਦੇ ਰਸ ਨੂੰ ਪਿਆਰ ਦੇ ਨਾਲ ਚਖਣਾ ਕੀਤਾ ਹੈ, ਸੇ ਤ੍ਰਿਪਤ ਰਹੇ ਅਗਾਈ। ਕਿ ਉਹ ਆਤਮਿਕ ਤ੍ਰਿਪਤੀ ਕਰਕੇ ਅਗਾਈ ਰੱਜ ਰਹੇ ਹਨ। ਉਹ ਸੰਸਾਰਕ ਪਦਾਰਥਾਂ ਵੱਲੋਂ ਤ੍ਰਿਪਤ ਹੋ ਕੇ ਅਗਾਈ ਰੱਜ ਰਹੇ ਹਨ, ਜਿਨ੍ਹਾਂ ਨੇ ਨਿਸ਼ਚੇ ਕਰਕੇ ਸੱਚੇ ਨਾਮ ਨੂੰ ਪਿਆਰ ਨਾਲ ਚਖਣਾ ਕੀਤਾ ਹੈ, ਜਿਨ੍ਹਾਂ ਨੇ ਨਿਸ਼ਚੇ ਕਰਕੇ ਸੱਚੇ ਬ੍ਰਹਮਾਨੰਦ ਰੂਪੀ ਰਸ ਨੂੰ ਚਖਣਾ ਕੀਤਾ ਹੈ, ਸੇ ਤ੍ਰਿਪਤ ਰਹੇ ਅਗਾਈ। ਉਹ ਆਤਮ ਤ੍ਰਿਪਤੀ ਕਰਕੇ ਅਗਾਈ ਹੁੰਦਾ ਰੱਜ ਰਹੇ ਹਨ। ਉਹ ਸੰਸਾਰਕ ਪਦਾਰਥਾਂ ਵੱਲੋਂ ਤ੍ਰਿਪਤ ਹੋ ਕੇ ਰੱਜ ਰਹੇ ਹਨ। ਸਵਰਗ ਲੋਕ ਤੇ ਬ੍ਰਹਮ ਲੋਕ ਦੇ ਸੁੱਖਾਂ ਵੱਲੋਂ ਤ੍ਰਿਪਤ ਹੋ ਕੇ ਰੱਜ ਰਹੇ ਹਨ। ਇਹੋ ਹਰ ਰਸ ਸੇਈ ਜਾਣਦੇ, ਇਹ ਹਰੀ ਵਾਹਿਗੁਰੂ ਦੇ ਅੰਮ੍ਰਿਤ ਨਾਮ ਰਸ ਨੂੰ ਸੇਈ ਉਹੀ ਗੁਰਮੁਖ ਜਾਣਦੇ ਹਨ, ਜਿਨ੍ਹਾਂ ਨੇ ਇਹ ਆਨੰਦ ਨੂੰ ਚਖਿਆ ਹੈ। ਜਿਉਂ ਗੂੰਗਾ ਮਠਿਆਈ ਖਾਈ, ਜਿਉਂ ਜਿਵੇਂ ਗੂੰਗੇ ਜਵਾਨ ਤੋਂ ਹੀਣਾ ਮਠਿਆਈ ਖਾਧੀ ਦਾ ਸਵਾਦ ਨੂੰ ਆਪ ਹੀ ਜਾਣਦਾ ਹੈ, ਦੂਜੇ ਨੂੰ ਨਹੀਂ ਦੱਸ ਸਕਦਾ। ਇਸੇ ਤਰ੍ਹਾਂ ਇਹ ਹਰੀ ਵਾਹਿਗੁਰੂ ਦੇ ਅੰਮ੍ਰਿਤ ਨਾਮ ਰਸ ਨੂੰ ਉਹੀ ਗੁਰਮੁਖ ਜਾਣਦੇ ਹਨ। ਨਾਮ ਰਸ ਦੇ ਸਵਾਦ ਨੂੰ ਉਹੀ ਗੁਰਮੁਖ ਜਾਣਦੇ ਹਨ, ਜਿਨ੍ਹਾਂ ਨੇ ਇਸ ਨਾਮ ਰਸ ਦਾ ਆਨੰਦ ਚਖਿਆ ਹੈ। ਜਿਵੇਂ ਗੂੰਗਾ ਜਵਾਨ ਤੋਂ ਹੀਣਾ ਮਠਿਆਈ ਖਾਧੀ ਦੇ ਸਵਾਦ ਨੂੰ ਆਪ ਹੀ ਜਾਣਦਾ ਹੈ, ਦੂਸਰੇ ਨੂੰ ਨਹੀਂ ਦੱਸ ਸਕਦਾ। ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਕਿ ਪੁੱਛੇ ਤੋਂ ਕੀ ਕਹੇਗਾ ਜਦੋਂ ਉਸ ਨੂੰ ਜ਼ਬਾਨ ਤੋਂ ਬੋਲਿਆ ਨਹੀਂ ਜਾਂਦਾ। ਇਸੇ ਕਰਕੇ ਉਹ ਖੁਸ਼ ਜ਼ਰੂਰ ਹੋ ਜਾਂਦਾ ਹੈ ਮਠਿਆਈ ਖਾ ਕੇ। ਨਾਮ ਜਪਣ ਵਾਲਾ ਵੀ ਅੰਦਰੋਂ ਖੁਸ਼ ਬੜਾ ਹੁੰਦਾ ਹੈ, ਪਰ ਦੱਸ ਨਹੀਂ ਸਕਦਾ। ਗੁਰ ਪੂਰੈ ਹਰ ਪ੍ਰਭ ਸੇਵਿਆ, ਜਿਨ੍ਹਾਂ ਨੇ ਪੂਰਿਆਂ ਸਤਿਗੁਰਾਂ ਹਰੀ ਵਾਹਿਗੁਰੂ ਦਾ ਸੇਵਨ ਕੀਤਾ ਹੈ, ਉਹਨਾਂ ਦੇ ਮਨ, ਉਹਨਾਂ ਦੇ ਅੰਤਸਕਰਨ ਵਿੱਚ, ਉਹਨਾਂ ਦੇ ਹਿਰਦੇ ਵਿੱਚ ਆਨੰਦ ਦੀ ਭਾਵ ਸਰੂਪ ਦੀ ਪ੍ਰਾਪਤੀ ਦੀ ਵਧਾਈ ਖੁਸ਼ੀ ਪ੍ਰਗਟ ਹੋਈ ਹੈ। ਗੁਰ ਪੂਰੈ ਹਰ ਪ੍ਰਭ ਸੇਵਿਆ, ਮਨ ਵੱਜੀ ਵਧਾਈ। ਭਾਵ ਉਹਨਾਂ ਜਗਿਆਸੂਆਂ ਨੂੰ ਸ਼ੁਭ ਗੁਣਾਂ ਦੀ ਲਾਗ ਲੱਗ ਜਾਂਦੀ ਹੈ, ਇਸੇ ਕਰਕੇ ਵਾਹਿਗੁਰੂ ਨੂੰ ਪਾ ਲੈਂਦੇ ਹਨ। ਇਹੋ ਮਨ ਵਿੱਚ ਵਧਾਈ ਖੁਸ਼ੀ ਪ੍ਰਗਟ ਹੋਈ ਹੈ। ਗੁਰ ਪੂਰੈ ਹਰ ਪ੍ਰਭ ਸੇਵਿਆ, ਮਨ ਵੱਜੀ ਵਧਾਈ। ਜਿਨ੍ਹਾਂ ਨੇ ਪੂਰਿਆਂ ਗੁਰਾਂ ਦੁਆਰਾ ਹਰੀ ਵਾਹਿਗੁਰੂ ਦਾ ਸੇਵਨ ਕੀਤਾ ਹੈ, ਸਿਮਰਨ ਕੀਤਾ ਹੈ, ਉਹਨਾਂ ਦੇ ਮਨ ਵਿੱਚ ਆਨੰਦ ਦੀ ਭਾਵ ਸਰੂਪ ਦੀ ਪ੍ਰਾਪਤੀ ਦੀ ਵਧਾਈ ਪ੍ਰਗਟ ਹੋਈ ਹੈ। ਅਗਲੇ ਸ਼ਲੋਕ ਦੇ ਅੰਦਰ ਮਹਾਰਾਜ ਜੀ ਗੁਰੂ ਰਾਮਦਾਸ ਜੀ ਕਥਨ ਕਰਦੇ ਹਨ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਸ ਕੁਝ ਸਿੱਖਾਂ ਨੇ ਪ੍ਰੇਮ ਦੀ ਬਾਬਤ ਪ੍ਰਸ਼ਨ ਕੀਤਾ ਕਿ ਮਹਾਰਾਜ ਆਪ ਜੀ ਪ੍ਰੇਮ ਦੀ ਵਿਚਾਰ ਦੱਸੋ। ਗੁਰਮੁਖ ਜਨਾਂ ਦੇ ਅੰਦਰ ਕਿਸ ਪ੍ਰਕਾਰ ਦਾ ਪ੍ਰੇਮ ਹੁੰਦਾ ਹੈ। ਤਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਸਰਬ ਜੀਆਂ ਦੀ ਕਲਿਆਣ ਵਾਸਤੇ ਧਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਕੇ ਫਰਮਾਉਂਦੇ ਹਨ। ਮਹਾਰਾਜ ਜੀ ਵਿਸਥਾਰ ਦੇ ਨਾਲ ਸਾਰੀਆਂ ਸੰਗਤਾਂ ਨੂੰ ਇਕੱਠਾ ਹੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਪ੍ਰੇਮ ਦਾ, ਕਿ ਪ੍ਰੇਮ ਹੁੰਦਾ ਹੈ ਜਿਨ੍ਹਾਂ ਨੂੰ, ਉਹਨਾਂ ਦੇ ਅੰਦਰ ਕੀ ਹੁੰਦਾ ਹੈ। ਜਿਨ੍ਹਾਂ ਅੰਦਰ ਉਮਰ ਥਲ ਸੇਈ ਜਾਣਨ ਸੂਲੀਆਂ, ਕਿ ਜਿਵੇਂ ਜਿਨ੍ਹਾਂ ਦੇ ਸਰੀਰ, ਜਿਨ੍ਹਾਂ ਦੇ ਕਮਰ ਦੇ ਅੰਦਰ, ਕਮਰ ਦੇ ਵਿੱਚ ਉਮਰ ਥਲ
ਗੱਦੋਖਾਨਾ ਫੋੜਾ ਹੁੰਦਾ ਹੈ, ਉਹੀ ਉਸ ਫੋੜੇ ਦੀ ਪੀੜਾ ਨੂੰ ਜਾਣਦੇ ਹਨ। ਇਸੇ ਪ੍ਰਕਾਰ ਜਿਨ੍ਹਾਂ ਗੁਰਮੁਖਾਂ ਦੇ ਅੰਦਰ ਹਿਰਦੇ ਵਿੱਚ ਪ੍ਰਭੂ ਦੇ ਵਿਛੋੜੇ ਰੂਪੀ ਪ੍ਰੇਮ ਰੂਪੀ ਉਮਰ ਥਲ ਹੁੰਦਾ ਹੈ, ਫੋੜਾ ਹੁੰਦਾ ਹੈ, ਉਹੀ ਉਸ ਵਿਛੋੜੇ ਪ੍ਰੇਮ ਦੀਆਂ ਸੂਲਾਂ ਪੀੜਾਂ ਨੂੰ ਜਾਣਦੇ ਹਨ। ਜਿਨ੍ਹਾਂ ਦੇ ਅੰਦਰ ਅੰਤਸ ਕਰਨ ਵਿੱਚ ਹਿਰਦੇ ਵਿੱਚ ਇਹ ਨਿਸ਼ਚਾ ਹੋ ਗਿਆ ਕਿ ਹੁਣ ਤਾਂ ਸਾਡੀ ਉਮਰ ਥਲ ਉਮਰ ਆਜੂ ਦਾ ਥੱਲਾ ਆ ਗਿਆ ਹੈ, ਭਾਵ ਸਾਡੀ ਉਮਰ ਪੂਰੀ ਹੋ ਚੱਲੀ ਹੈ, ਮੁੱਕ ਚੱਲੀ ਹੈ। ਇਸ ਪ੍ਰਕਾਰ ਜਿਨ੍ਹਾਂ ਨੂੰ ਬੈਰਾਗ ਹੋ ਗਿਆ, ਉਹੀ ਕੀਤੇ ਕਰਮਾਂ ਦੇ ਅਨੁਸਾਰ ਪਰਲੋਕ ਵਿੱਚ ਮਿਲਣ ਵਾਲੇ ਦੁੱਖਾਂ ਦੇ ਤਾਂ ਹੀ ਜਾਣਦੇ ਹਨ ਕਿ ਕਿੰਨੇ ਦੁੱਖ ਮਿਲਣੇ ਹਨ। ਜਿਨ੍ਹਾਂ ਦੇ ਹਿਰਦੇ ਰੂਪੀ ਸਥਾਨ ਵਿੱਚ ਪਰਮੇਸ਼ਰ ਦੇ ਪ੍ਰੇਮ ਦਾ ਉਮੰਗ ਉਤਸ਼ਾਹ ਆਇਆ ਹੈ, ਭਾਵ ਪਰਮੇਸ਼ਰ ਦੇ ਮਿਲਾਪ ਲਈ ਪ੍ਰੇਮ ਵਿੱਚ ਬਹੁਤ ਉਛਾਲੇ ਖਾਂਦਾ ਹੈ, ਉਹ ਪ੍ਰੇਮ ਦੇ ਵਿਛੋੜੇ ਦੇ ਦੁੱਖਾਂ ਦੀਆਂ ਸੂਲੀਆਂ ਨੂੰ ਉਹੀ ਜਾਣਦੇ ਹਨ। ਮਹਾਰਾਜ ਜੀ ਸਮਝਾ ਰਹੇ ਹਨ, ਸੋ ਜਿਸ ਤਰ੍ਹਾਂ ਉਮਰ ਥਲ ਦੀ ਚੀਸ ਨੂੰ ਰੋਗੀ ਹੀ ਜਾਣਦਾ ਹੈ, ਇਸ ਤਰ੍ਹਾਂ ਜਿਨ੍ਹਾਂ ਦੇ ਅੰਦਰ ਬਿਰਹੋ ਦੀ ਪੀੜ ਹੈ, ਵਿਛੋੜੇ ਦੀ ਪੀੜ ਹੈ, ਉਹ ਉਸ ਨੂੰ ਬਿਰਹੀ ਦਾ ਅਨੁਭਵ ਕਰਦਾ ਹੈ। ਹਰ ਜਾਣੇ ਸੇਈ ਬਿਰਹੋ ਹਉ ਤਿਨ ਬਿਟਹੁ ਸਦ ਘੁਮ ਘੋਲੀਆ। ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ, ਹਾਰ ਜਾਣਹਿ ਸੇਈ ਬਿਰਹੋ। ਹੇ ਭਾਈ, ਜਿਨ੍ਹਾਂ ਨੂੰ ਬਿਰਹੋ ਵਿਛੋੜਾ ਪ੍ਰੇਮ ਲੱਗਿਆ ਹੋਇਆ ਹੈ, ਉਸ ਨੂੰ ਤਾਂ ਹਰੀ ਵਾਹਿਗੁਰੂ ਜਾਣਦਾ ਹੈ, ਜਾਂ ਉਹ ਆਪ ਜਾਣਦੇ ਹਨ ਕਿ ਮੈਂ ਤਿੰਨਾਂ ਦੇ ਉੱਪਰੋਂ ਹਮੇਸ਼ਾ ਹੀ ਘੁੰਮ ਘੋਲੀਆ ਬਾਰਨੇ ਬਲਹਾਰਨੇ ਜਾਂਦਾ ਹਾਂ। ਆਪਣੇ ਆਪ ਨੂੰ ਮਨ ਬਾਣੀ ਸਰੀਰ ਕਰਕੇ ਉਹਨਾਂ ਦੇ ਉੱਪਰੋਂ ਕੁਰਬਾਨ ਕਰੀਏ ਕਿ ਜਿਹੜੇ ਪ੍ਰੇਮ ਦੇ ਵਿੱਚ ਲੱਗੇ ਹੋਏ ਹਨ, ਜਿਨ੍ਹਾਂ ਨੂੰ ਹਰੀ ਵਾਹਿਗੁਰੂ ਜਾਣਦਾ ਹੈ। ਹਰ ਮੇਲੋ ਸੱਜਣ ਪੁਰਖ ਮੇਰਾ ਸਿਰ ਤਿੰਨ ਬਿਟਹੁ ਤਲ ਰੋਲੀਐ। ਹਰ ਮੇਲੋ ਸੱਜਣ ਪੁਰਖ ਮੇਰਾ ਸਿਰ ਤਿੰਨ ਬਿਟਹੁ ਤਲ ਰੋਲੀਐ। ਕਿ ਹੇ ਹਰੀ ਵਾਹਿਗੁਰੂ ਸੱਜਣ ਮਿੱਤਰ, ਪੂਰਨ ਪਰਮੇਸ਼ਰ ਸਾਡੇ ਤਾਈਂ ਉਹਨਾਂ ਗੁਰਮੁਖਾਂ ਗੁਰੂ ਸਾਹਿਬ ਨੂੰ ਮੇਲਣਾ ਕਰੋ। ਹੇ ਹਰੀ ਵਾਹਿਗੁਰੂ, ਜੋ ਸੰਤ ਜਨ ਪੂਰਨ ਪੁਰਸ਼ ਹਨ, ਉਹਨਾਂ ਨਾਲ ਸਾਨੂੰ ਮੇਲਣਾ ਕਰੋ। ਸਾਡਾ ਸਿਰ ਉਹਨਾਂ ਦੇ ਚਰਨਾਂ ਦੀਆਂ ਤਾਲ ਰੋਲੀਆਂ ਤਲੀਆਂ ਦੇ ਬਿਟੋਂ ਉੱਪਰੋਂ ਰੁਲਣਾ ਕਰੇ। ਜੋ ਸਿੱਖ ਗੁਰ ਕਾਰ ਕਮਾਵਹਿ ਹਉ ਗੁਲਮ ਤਿਨਾ ਕਾ ਗੋਲੀਆ। ਜਿਹੜੇ ਸਿੱਖ ਮੁਰੀਦ ਆਪਣੇ ਗੁਰੂ ਦੀ ਭਗਤੀ ਕਮਾਉਂਦੇ ਹਨ, ਮਹਾਰਾਜ ਜੀ ਕਹਿਣ ਲੱਗੇ, ਮੈਂ ਉਹਨਾਂ ਦਾ ਗੁਲਾਮ ਗੋਲਾ ਹਾਂ। ਜੋ ਸਿੱਖ ਗੁਰ ਕਾਰ ਕਮਾਵਹਿ ਹਉ ਗੁਲਮ ਤਿਨਾ ਕਾ ਗੋਲੀਆ। ਕਿ ਜਿਹੜੇ ਸਿੱਖ ਮੁਰੀਦ ਆਪਣੇ ਗੁਰੂ ਦੀ ਭਗਤੀ ਕਮਾਉਂਦੇ ਹਨ, ਮਹਾਰਾਜ ਜੀ ਕਹਿਣ ਲੱਗੇ, ਮੈਂ ਉਹਨਾਂ ਦਾ ਗੁਲਾਮ ਭਾਵ ਗੋਲਾ ਹਾਂ। ਹਰ ਰੰਗ ਚਰੂਲੈ ਜੋ ਰਤੇ ਤੈਨ ਭਿੰਨੀ ਹਰ ਰੰਗ ਚੋਲੀਆ। ਜਿਹੜੇ ਹਰੀ ਵਾਹਿਗੁਰੂ ਦੇ ਗਾੜੇ ਸੁਰਖ ਰੰਗ ਪ੍ਰੇਮ ਰੰਗ ਵਿੱਚ ਰੰਗੇ ਗਏ ਹਨ, ਉਹਨਾਂ ਦੀ ਹਰੀ ਦੇ ਰੰਗ ਵਿੱਚ ਦੇਹ ਰੂਪੀ ਚੋਲੀ ਭਿੰਨੀ ਭਿੱਜ ਗਈ ਹੈ। ਹਰ ਰੰਗ ਚਲੂਲੈ ਜੋ ਰਤੇ ਤਿੰਨ ਭਿੰਨੀ ਹਰ ਰੰਗ ਚੋਲੀਆ। ਜਿਹੜੇ ਹਰੀ ਦੇ ਗਾੜੇ ਸੁਰਖ ਰੰਗ ਪ੍ਰੇਮ ਵਿੱਚ ਰੰਗੇ ਗਏ ਹਨ, ਉਹਨਾਂ ਦੀ ਹਰੀ ਦੇ ਰੰਗ ਵਿੱਚ ਦੇਹ ਰੂਪੀ ਸਰੀਰ ਰੂਪੀ ਚੋਲੀ ਭਿੱਜ ਗਈ ਹੈ। ਭਾਵ ਰੋਮ ਰੋਮ ਵਿੱਚ ਪਰਮੇਸ਼ਰ ਦਾ ਚਿੰਤਨ ਹੁੰਦਾ ਹੈ। ਉਹਨਾਂ ਦੀ ਬੁੱਧ ਰੂਪੀ ਚੋਲੀ ਹਰੀ ਦੇ ਪ੍ਰੇਮ ਰੰਗ ਵਿੱਚ ਭਿੱਜ ਗਈ ਹੈ। ਉਹਨਾਂ ਨੂੰ
ਭਾਉ ਭਗਤੀ ਦਾ ਲਾਲ ਸੁਰਖ ਰੰਗ ਚੜਿਆ ਹੋਇਆ ਹੈ। ਕਰ ਕਿਰਪਾ ਨਾਨਕ ਮੇਲ ਗੁਰ ਪੈ ਸਿਰ ਵੇਚਿਆ ਮੋਲੀਆ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਇਹ ਮਹਾਰਾਜ ਸਾਡੇ ਤਾਈਂ ਦਇਆ ਦ੍ਰਿਸ਼ਟੀ ਕਰ ਕਿ ਗੁਰਾਂ ਨਾਲ ਮੇਲਣਾ ਕਰੋ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹ ਮਹਾਰਾਜ ਸਾਡੇ ਤਾਈਂ ਦਇਆ ਕਰਕੇ ਗੁਰਾਂ ਨਾਲ ਮੇਲਣਾ ਕਰੋ, ਕਿਉਂਕਿ ਅਸੀਂ ਤਾਂ ਗੁਰ ਪੈ ਸਿਰ ਵੇਚਿਆ ਮੋਲੀਆ, ਕਿਉਂਕਿ ਅਸੀਂ ਤਾਂ ਗੁਰੂ ਸਾਹਿਬ ਜੀ ਦੇ ਪਾਸ ਆਪਣੇ ਸਿਰ ਨੂੰ ਅਰਪਣ ਰੂਪ ਮੋਲੀਆ ਮੁੱਲ ਵੇਚ ਦਿੱਤਾ ਹੈ। ਮਹੱਲਾ ਚੌਥਾ। ਚੌਥੇ ਪਾਤਸ਼ਾਹ ਅਗਲੇ ਸ਼ਬਦ ਦੇ ਵਿੱਚ ਸਮਝਾ ਰਹੇ ਹਨ ਕਿ ਜੋ ਸੰਤ ਜਨਾਂ ਸਤਿਗੁਰਾਂ ਅੱਗੇ ਆਣ ਕੇ ਪ੍ਰਾਰਥਨਾ ਗੁਰਸਿੱਖਾਂ ਦੀ ਕੀਤੀ ਹੋਈ ਬੇਨਤੀ ਨੂੰ ਪਹਿਲਾਂ ਜਗਿਆਸੂ ਮੁਖ ਦੁਆਰਾ ਕਥਨ ਕਰਕੇ ਫਿਰ ਉੱਤਰ ਦੇਣਗੇ। ਜੋ ਸੰਤ ਜਨਾਂ ਸਤਿਗੁਰਾਂ ਅੱਗੇ ਆਣ ਕੇ ਪ੍ਰਾਰਥਨਾ ਗੁਰਸਿੱਖਾਂ ਦੀ ਕੀਤੀ ਹੋਈ ਬੇਨਤੀ ਨੂੰ ਪਹਿਲਾਂ ਜਗਿਆਸੂ ਮੁਖ ਦੁਆਰਾ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਕੇ ਫਿਰ ਉੱਤਰ ਦੇਣਗੇ ਕਿ ਕੈਸੇ ਅਰਦਾਸਾਂ ਬੇਨਤੀਆਂ ਕਰਨੀਆਂ ਚਾਹੀਦੀਆਂ ਹਨ। ਜੇ ਔਗਣ ਹੈ ਤਾਂ ਔਗਣ ਸਤਿਗੁਰੂ ਬਖਸ਼ ਦਿੰਦੇ ਹਨ। ਮਹਾਰਾਜ ਜੀ ਕਥਨ ਕਰਦੇ ਹਨ, ਔਗਣੀ ਭਰਿਆ ਸਰੀਰ ਹੈ, ਕਿਉਂ ਸੰਤ ਹੋ ਨਿਰਮਲ ਹੋਏ। ਹੇ ਸੰਤੋ, ਸੰਤਾਂ ਦੇ ਸਰਤਾਜ ਗੁਰੂ ਸਾਹਿਬ ਜੀ, ਸਾਡਾ ਸਰੀਰ, ਸਾਡਾ ਤਨ, ਸਾਡਾ ਅੰਤਸ ਕਰਨ ਹਿਰਦਾ ਔਗਣਾ ਕਰਕੇ ਲਵਾ ਲਵ ਪੂਰਿਆ ਹੋਇਆ ਹੈ, ਭਰਿਆ ਹੋਇਆ ਹੈ। ਕਿਉਂ ਸੰਤ ਹੋ ਨਿਰਮਲ ਹੋਏ। ਇਹ ਨਿਰਮਲ, ਇਹ ਉਜਲ ਸੁੱਧ ਕਿਵੇਂ ਹੋਵੇਗਾ? ਤਾਂ ਗੁਰੂ ਜੀ ਅੱਗੇ ਕਥਨ ਕਰਦੇ ਹਨ, ਗੁਰਮੁਖ ਗੁਣ ਵਿਹਾਜੀਐ, ਮਲ ਹਉਮੈ ਕੱਢੈ ਧੋਏ। ਗੁਰਮੁਖ, ਗੁਰਮੁਖ ਤਾਈਂ ਮੁਖੀ ਗੁਰਾਂ ਦੁਆਰਾ ਸੋਭ ਗੁਣਾਂ ਨੂੰ ਵਿਹਾਜੀਐ ਖਰੀਦਣਾ ਕਰੀਏ। ਕਿ ਗੁਰਮੁਖਾਂ ਦੀ ਸੰਗਤ, ਮੁਖੀ ਗੁਰਾਂ ਦੀ ਸੰਗਤ, ਮੁਖੀ ਗੁਰਾਂ ਦੁਆਰਾ ਸੋਭ ਗੁਣਾਂ ਨੂੰ ਵਿਹਾਜੀਐ ਖਰੀਦਣਾ ਕਰੀਏ ਅਤੇ ਮਲ ਹਉਮੈ ਕੱਢੈ ਧੋਏ, ਅਤੇ ਹਉਮੈ ਹੰਗਤਾ ਮਮਤਾ ਦੀ ਮਲ ਮੈਲ ਨੂੰ ਧੋ ਕਰਕੇ ਕੱਢਣਾ ਕਰੀਏ ਤਾਂ ਮਨ ਨਿਰਮਲ ਹੁੰਦਾ ਹੈ। ਗੁਰਮੁਖਾਂ ਵਾਲੇ ਕਰਣਾ ਮੁਦਤਾ ਮੈਤਰੀ ਅਪੇਖਿਆ ਆਦਿਕ ਸੋਭ ਗੁਣਾਂ ਨੂੰ ਧਾਰਨ ਕਰਕੇ ਖਰੀਦ ਕਰਕੇ ਸਾਧ ਸੰਗਤ ਰੂਪੀ ਘਾਟ ਤੇ ਇਸਤਤ ਹੋ ਕੇ ਪ੍ਰੇਮ ਦਾ ਪਾਣੀ ਪਾ ਕੇ ਨਾਮ ਦਾ ਸਾਬਣ ਲਾ ਕੇ ਉਕਤੀਆਂ ਜੁਗਤੀਆਂ ਦੀਆਂ ਮੁੱਕੀਆਂ ਦੇ ਕੇ ਮਨ ਰੂਪੀ ਬਸਤਰ ਵਿੱਚੋਂ ਹੰਗਤਾ ਮਮਤਾ ਦੀ ਮੈਲ ਨੂੰ ਧੋ ਕਰਕੇ ਕੱਢ ਦੇਈਏ ਤਾਂ ਇਹ ਮਨ ਸੁੱਧ ਹੁੰਦਾ ਹੈ। ਸੱਚ ਬਣੰਜੇ ਰੰਗ ਸਿਉ ਸੱਚ ਸੌਦਾ ਹੋਏ। ਹੇ ਭਾਈ, ਪ੍ਰੇਮ ਦੇ ਨਾਲ ਸੱਚੇ ਨਾਮ ਨੂੰ ਬਣੰਜਹੇ ਖਰੀਦਣਾ ਕਰੀਏ, ਇਉਂ ਸੱਚੇ ਪਰਮੇਸ਼ਰ ਦੀ ਪ੍ਰਾਪਤੀ ਦਾ ਸੌਦਾ ਪ੍ਰਾਪਤ ਹੁੰਦਾ ਹੈ। ਸੱਚ ਬਣੰਜੇ ਰੰਗ ਸਿਉ ਸੱਚ ਸੌਦਾ ਹੋਏ। ਹੇ ਭਾਈ, ਪ੍ਰੇਮ ਦੇ ਨਾਲ ਸੱਚੇ ਨਾਮ ਨੂੰ ਬਣੰਜਹੇ ਖਰੀਦਣਾ ਕਰੀਏ, ਇਉਂ ਸੱਚੇ ਪਰਮੇਸ਼ਰ ਦੀ ਪ੍ਰਾਪਤੀ ਦਾ ਸੌਦਾ ਪ੍ਰਾਪਤ ਹੁੰਦਾ ਹੈ। ਫਿਰ ਟੋਟਾ ਮੂਲ ਨਾ ਆਵਈ, ਲਾਹਾ ਹਰ ਭਾਵੈ ਸੋਏ। ਜਦੋਂ ਪਰਮੇਸ਼ਰ ਦੀ ਪ੍ਰਾਪਤੀ ਦਾ ਸੌਦਾ ਖਰੀਦਿਆ ਜਾਂਦਾ ਹੈ, ਫਿਰ ਟੋਟਾ ਮੂਲ ਨਾ ਆਵਈ। ਇਸ ਨਾਮ ਰੂਪੀ ਸੌਦੇ ਦਾ ਘਾਟਾ ਕਦੇ ਵੀ ਨਹੀਂ ਆਉਂਦਾ। ਲਾਹਾ ਹਰ ਭਾਵੈ ਸੋਏ, ਕਿ ਜੇਕਰ ਹਰੀ ਨੂੰ ਭਾਵੈ ਭਾ ਜਾਏ, ਚੰਗਾ ਲੱਗੇ, ਤਾਂ ਉਹਨਾਂ ਗੁਰਮੁਖਾਂ ਨੂੰ ਸਰੂਪ ਦੀ ਪ੍ਰਾਪਤੀ ਦਾ ਲਾਭ ਪ੍ਰਾਪਤ ਹੁੰਦਾ ਹੈ। ਨਾਨਕ ਤਿਨ ਸੱਚ ਬਣੰਜਿਆ, ਜਿਨ੍ਹਾਂ ਧੁਰ ਲਿਖਿਆ ਪ੍ਰਾਪਤ ਹੋਏ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਭਾਈ, ਉਹਨਾਂ ਨੇ ਹੀ ਸੱਚਾ ਨਾਮ ਖਰੀਦਿਆ ਹੈ
ਜਿਨ੍ਹਾਂ ਨੂੰ ਧੁਰੋਂ ਕੀਤੇ ਹੋਏ ਨਿਸਕਾਮ ਕਰਮਾਂ ਦਾ ਸਦਕਾ ਸ਼ੁਭ ਲੇਖ ਲਿਖਿਆ ਹੋਇਆ ਪ੍ਰਾਪਤ ਹੁੰਦਾ ਹੈ। ਨਾਨਕ ਤਿੰਨ ਸੱਚ ਬਣੰਜਿਆ, ਜਿਨ੍ਹਾਂ ਧੁਰ ਲਿਖਿਆ ਪ੍ਰਾਪਤ ਹੋਏ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਭਾਈ, ਉਹਨਾਂ ਨੇ ਹੀ ਸੱਚਾ ਨਾਮ ਬਣੰਜਿਆ ਖਰੀਦਿਆ ਹੈ, ਜਿਨ੍ਹਾਂ ਨੂੰ ਧੁਰੋਂ ਹੀ ਕੀਤੇ ਨਿਸਕਾਮ ਕਰਮਾਂ ਦਾ ਸਦਕਾ ਸ਼ੁਭ ਲੇਖ ਲਿਖਿਆ ਹੋਇਆ ਪ੍ਰਾਪਤ ਹੋਇਆ ਹੈ। ਪੌੜੀ ਦੇ ਅੰਦਰ ਮਹਾਰਾਜ ਜੀ ਕਥਨ ਕਰਦੇ ਹਨ, ਸਲਾਹੀ ਸੱਚ ਸਲਾਹਣਾ, ਸੱਚਾ ਸੱਚ ਸੱਚਾ ਪੁਰਖ ਨਿਰਾਲੇ। ਸੱਚ ਸੇਵੀ ਸੱਚ ਮਨ ਬਸੈ, ਸੱਚ ਸੱਚਾ ਹਰ ਰਖਵਾਲੇ। ਸੱਚ ਸੱਚਾ ਜਿਨੀ ਅਰਾਧਿਆ, ਸੇ ਜਾਏ ਰਲੇ ਸੱਚ ਨਾਲੇ। ਸੱਚ ਸੱਚਾ ਜਿਨੀ ਨਾ ਸੇਵਿਆ, ਸੇ ਮਨਮੁਖ ਮੂੜ ਵੇ ਤਾਲੇ। ਉਹ ਆਲ ਪਤਾਲ ਮੂੰਹੋਂ ਬੋਲਦੇ, ਜਿਉ ਪੀਤੈ ਮਦ ਮਤ ਵਾਲੇ। ਮਹਾਰਾਜ ਜੀ ਨੇ ਪੌੜੀ ਦੇ ਵਿੱਚ ਬੜੇ ਹੀ ਵਿਸਤਾਰ ਦੇ ਨਾਲ ਸਮਝਾ ਦਿੱਤਾ ਹੈ। ਸਲਾਹੀ ਸੱਚ ਸਲਾਹਣਾ, ਹੇ ਭਾਈ ਸਲਾਹੀ ਸਲਾਹੁਣੇ ਜੋਗ, ਸੱਚੇ ਪਰਮੇਸ਼ਰ ਨੂੰ ਸਲਾਹੁਣਾ ਕਰੀਏ। ਕਿਉਂਕਿ ਸੱਚ ਸੱਚਾ ਪੁਰਖ ਨਿਰਾਲੇ, ਕਿਉਂਕਿ ਉਹ ਸੱਚ ਨਿਸ਼ਚੇ ਕਰਕੇ ਸੱਚਾ ਸਰੂਪ ਪੂਰਨ ਵਿਆਪਕ ਅਤੇ ਨਿਰਾਲੇ ਅਸੰਗ ਸਰੂਪ ਹੈ। ਜਿਨ੍ਹਾਂ ਦੇ ਅੰਦਰ ਸੱਚਾ ਪਰਮੇਸ਼ਰ ਪ੍ਰਗਟ ਹੋ ਗਿਆ ਹੈ, ਉਹ ਨਿਰਾਲੇ ਜੀਵਨ ਵਾਲੇ ਹਨ। ਭਾਵ ਉਹਨਾਂ ਨੂੰ ਕਾਮ ਆਦਿਕ ਵਿਕਾਰ ਸਵਾ ਨਹੀਂ ਸਕਦੇ, ਸਤਾ ਨਹੀਂ ਸਕਦੇ, ਕਿ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਪ੍ਰਗਟ ਹੋ ਗਿਆ ਹੈ, ਉਹ ਨਿਰਾਲੇ ਜੀਵਨ ਵਾਲੇ ਬਣ ਗਏ ਹਨ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਵੇ, ਕਿ ਉਹਨਾਂ ਦਾ ਭਗਤਾਂ ਦਾ ਸੰਸਾਰੀਆਂ ਨਾਲ ਜੋੜ ਨਹੀਂ ਬਹਿੰਦਾ। ਉਹ ਅਸੰਗ ਨਿਰਾਲੇ ਹੀ ਬਣ ਜਾਂਦੇ ਹਨ। ਭਾਵ ਉਹਨਾਂ ਨੂੰ ਕਾਮ ਆਦਿਕ ਵਿਕਾਰ ਸਤਾ ਨਹੀਂ ਸਕਦੇ, ਉਹ ਅਸੰਗ ਰਹਿੰਦੇ ਹਨ। ਸੱਚ ਸੇਵੀ ਸੱਚ ਮਨ ਵਸੈ, ਸੱਚ ਸੱਚਾ ਹਰ ਰਖਵਾਲੇ। ਜਿਹੜੇ ਸੱਚੇ ਪਰਮੇਸ਼ਰ ਦੇ ਨਾਮ ਦਾ ਸੇਵਨ ਕਰਦੇ ਹਨ, ਸਿਮਰਨ ਕਰਦੇ ਹਨ, ਉਹਨਾਂ ਦੇ ਮਨ, ਉਹਨਾਂ ਦੇ ਹਿਰਦੇ ਵਿੱਚ ਸੱਚਾ ਪਰਮੇਸ਼ਰ ਵਸ ਜਾਂਦਾ ਹੈ। ਅਤੇ ਇਹ ਨਿਸ਼ਚੈ ਹੁੰਦਾ ਹੈ ਕਿ ਹਰੇ ਭਰੇ ਕਰਨ ਵਾਲਾ ਸੱਚਾ ਪਰਮੇਸ਼ਰ ਉਹਨਾਂ ਦੀ ਆਪ ਰਖਵਾਲੇ ਰੱਖਿਆ ਕਰਨ ਵਾਲਾ ਹੈ। ਜਿਨ੍ਹਾਂ ਦੇ ਅੰਦਰ ਸੱਚੇ ਦਾ ਸਰਾਵਣ ਹੈ, ਸੱਚੇ ਪਰਮੇਸ਼ਰ ਦਾ ਨਾਮ ਚੱਲ ਰਿਹਾ ਹੈ, ਜਪ ਰਹੇ ਹਨ, ਸੱਚੇ ਦਾ ਮੰਨਣ ਕਰਦੇ ਹਨ, ਉਹਨਾਂ ਦੀ ਹਰੀ ਵਾਹਿਗੁਰੂ ਰੱਖਿਆ ਕਰਨ ਵਾਲਾ ਹੈ। ਸੱਚ ਸੱਚਾ ਜਿਨੀ ਅਰਾਧਿਆ, ਜਿਨ੍ਹਾਂ ਨੇ ਸੱਚ ਸੱਚਾ ਪੂਰਨ ਸਤ ਸਰੂਪ ਨੂੰ ਅਰਾਧਨਾ ਕੀਤਾ ਹੈ, ਜਿਨ੍ਹਾਂ ਨੇ ਸੱਚੇ ਦਾ ਨਿਧਾਸਨ ਕੀਤਾ ਹੈ ਅਤੇ ਦਿਲ ਦੀ ਭਾਵਨਾ ਨਾਲ ਸੱਚੇ ਨੂੰ ਅਰਾਧਨਾ ਕੀਤਾ ਹੈ, ਉਹ ਸਤ ਸਰੂਪ ਪਰਮੇਸ਼ਰ ਦੇ ਨਾਲ ਜਾ ਕੇ ਰਲ ਗਏ ਹਨ। ਜਿਵੇਂ ਬਾੜੇ ਭਾਵ ਛੋਟੀਆਂ ਨਦੀਆਂ, ਜਿਵੇਂ ਨਾਲੇ ਭਾਵ ਛੋਟੀਆਂ ਨਦੀਆਂ ਜੰਗਲਾਂ ਨੂੰ ਚੀਰ ਚੀਰ ਕੇ, ਪਹਾੜਾਂ ਨੂੰ ਚੀਰ ਚੀਰ ਕੇ ਸਮੁੰਦਰ 'ਚ ਜਾ ਮਿਲਦੇ ਹਨ, ਐਵੇਂ ਹੀ ਉਹ ਸੰਸਾਰ ਰੂਪੀ ਉਜਾੜ ਨੂੰ ਲੰਘ ਕੇ, ਪੰਜਾਂ ਕੋਸਾਂ ਰੂਪੀ ਪਹਾੜਾਂ ਨੂੰ ਲੰਘ ਕੇ ਸੱਚੇ ਪਾਤਸ਼ਾਹ ਦੇ ਸਰੂਪ ਰੂਪੀ ਸਮੁੰਦਰ ਵਿੱਚ ਜਾ ਮਿਲਦੇ ਹਨ। ਜਿਨ੍ਹਾਂ ਨੇ ਸਤ ਸਰੂਪ ਪਰਮੇਸ਼ਰ ਨੂੰ ਅਰਾਧਨਾ ਕੀਤਾ ਹੈ। ਸੱਚ ਸੱਚਾ ਜਿਨੀ ਨਾ ਸੇਵਿਆ, ਜਿਨ੍ਹਾਂ ਨੇ ਨਿਸ਼ਚੇ ਕਰਕੇ ਸੱਚੇ ਪਾਤਸ਼ਾਹ ਨੂੰ ਨਹੀਂ ਸੇਵਨ ਕੀਤਾ, ਭਾਵ ਜਿਨ੍ਹਾਂ ਨੇ ਪਰਮੇਸ਼ਰ ਦਾ ਸਿਮਰਨ ਨਹੀਂ ਕੀਤਾ, ਸੇ ਮਨਮੁਖ ਮੂੜ ਬੇਤਾਲੇ। ਉਹ ਮਨਮੁਖ ਸਾਕਤ ਪੁਰਸ਼ ਮੂੜ ਬੇਸਮਝ ਬੇਤਾਲੇ ਭੂਤਨਿਆਂ ਦੀ ਨਿਆਈ ਹਨ।
ਬੇਤਾਲੇ ਤਾਲ ਸਰੂਪ ਦੀ ਪ੍ਰਾਪਤੀ ਤੋਂ ਰਹਿਤ ਹਨ। ਮਹਾਰਾਜ ਜੀ ਕਥਨ ਕਰਦੇ ਹਨ, ਜਿਹੜੇ ਬੇਸਮਝ ਮਨਮੁਖ ਸਾਖਤ ਹਨ, ਉਹ ਆਲ ਪਤਾਲ ਮੂੰਹੋਂ ਬੋਲਦੇ। ਉਹ ਪੁਰਖ ਮਨਮੁਖ ਬੇਤਾਲੇ ਆਲ ਪਤਾਲ ਉਸਤਤ ਨਿੰਦਾ ਉਲਟ ਪੁਲਟ ਹੀ ਮੂੰਹ ਵਿੱਚੋਂ ਬੋਲਦੇ ਰਹਿੰਦੇ ਹਨ। ਜਿਉਂ ਪੀਤਾ ਮਦ ਮਤਵਾਲੇ, ਜਿਵੇਂ ਮਦ ਸ਼ਰਾਬ ਪੀ ਕੇ ਮਤਵਾਲੇ ਕਮਲੇ ਹੋਏ ਪੁਰਖ ਅਰਲ ਵਰਲ ਬੋਲਦੇ ਹਨ, ਉਹ ਆਲ ਆਕਾਸ ਪਤਾਲ ਹੇਠਾਂ ਦੇ ਲੋਕਾਂ ਦੀਆਂ ਬੇਅਰਥ ਹੀ ਗੱਲਾਂ ਮਾਰਦੇ ਹਨ। ਉਹ ਇਉਂ ਕਹਿੰਦੇ ਹਨ ਕਿ ਮੈਨੂੰ ਆਕਾਸ ਤੇ ਪਤਾਲ 'ਚੋਂ ਵੀ ਘਰ ਵਾਸਤੇ ਧਨ ਲਿਆਵਾਂਗਾ। ਇਸ ਪ੍ਰਕਾਰ ਦੇ ਅਭਿਮਾਨ ਰੂਪੀ ਸ਼ਰਾਬ ਪੀ ਕੇ ਕਾਮਲੇ ਹੋਏ ਬੇਅਰਥ ਹੀ ਅਸਤ ਬੇਅਸਤ ਬੋਲਦੇ ਰਹਿੰਦੇ ਹਨ। ਜੋ ਪੁਰਸ਼ ਮਨਮੁਖ ਹੁੰਦੇ ਹਨ, ਆਪਣੇ ਮਨ ਦੇ ਆਖੇ ਲੱਗ ਕੇ ਸਾਖਤ ਪੁਰਸ਼ ਹਨ, ਉਹ ਪੁਰਸ਼ ਆਲ ਪਤਾਲ ਉਸਤਤ ਨਿੰਦਾ ਉਲਟ ਪੁਲਟ ਹੀ ਮੂੰਹੋਂ ਬੇਅਰਥ ਬੋਲਣਾ ਕਰਦੇ ਹਨ। ਜਿਉਂ ਪੀਤਾ ਮਦ ਮਤਵਾਲੇ, ਜਿਵੇਂ ਸ਼ਰਾਬ ਪੀ ਕੇ ਕਾਮਲੇ ਹੋਏ ਪੁਰਖ ਅਰਲ ਵਰਲ ਬੋਲਦੇ ਹਨ। ਤੇ ਜਿਹੜੇ ਮਨਮੁਖ ਹਨ, ਉਹ ਵੀ ਆਲ ਪਤਾਲ ਹੀ ਬੋਲਦੇ ਰਹਿੰਦੇ ਹਨ। ਤੇ ਗੁਰੂ ਦੀ ਆਗਿਆ 'ਚ ਚੱਲਣ ਵਾਲੇ, ਜਿਨ੍ਹਾਂ ਨੇ ਪੂਰਨ ਸਤਿਗੁਰਾਂ ਨੂੰ ਅਰਾਧਨਾ ਕੀਤਾ ਹੈ, ਸੱਚੇ ਦਾ ਨਿਧਾਸਨ ਕੀਤਾ ਹੈ, ਦਿਲ ਦੀ ਭਾਵ ਨਾਲ ਅਰਾਧਨਾ ਕੀਤਾ ਹੈ, ਉਹ ਸੱਚੇ ਪਾਤਸ਼ਾਹ ਦੇ ਸਰੂਪ ਰੂਪੀ ਸਮੁੰਦਰ ਵਿੱਚ ਜਾ ਰਲਦੇ ਹਨ, ਪਰਮੇਸ਼ਰ ਦੇ ਨਾਲ ਇੱਕ ਹੋ ਜਾਂਦੇ ਹਨ। ਸਮਾਂ ਹੋ ਚੁੱਕਿਆ ਹੈ। ਮਹਾਰਾਜ ਕਿਰਪਾ ਕਰਨ ਕਿ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਹੋਵੇ। ਚੱਲਿਆ ਹੋਇਆ ਕਦਮ ਲੇਖੇ ਵਿੱਚ ਲਾਉਣ, ਗੁਰਸਿੱਖੀ ਦੀਆਂ ਨਾਮ ਦੀਆਂ ਦਾਤਾਂ ਬਖਸ਼ਣ ਮਹਾਰਾਜ। ਆਓ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰੀਏ। ਮਹਾਰਾਜ